ਏਕਾ ਮਾਈ ਜੁਗਤ ਆਈ, ਤਿੰਨ ਚੇਲੇ ਪਰਵਾਨ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਜਿਵ ਤਿਸ ਪਾਵੇ ਤਿਵੇਂ ਚਲਾਵੇ, ਜਿਵ ਹੋਵੇ ਫਰਮਾਨ। ਉਹ ਵੇਖੇ ਉਹਨਾਂ ਨਦਰ ਨਾ ਆਵੇ, ਬਹੁਤਾ ਇਹੋ ਵਿਡਾਣ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ। ਗੁਰੂ ਸਵਾਰੇ, ਗੁਰੂ ਦੁਲਾਰੇ, ਸਤਸੰਗੀ ਜਨੋ, ਬੜੇ ਪਿਆਰ ਅਤੇ ਅਦਬ ਦੇ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪਾਠ ਆਪ ਜੀ ਨੇ ਸਰਵਨ ਕੀਤਾ, ਇਹ ਪਾਠ ਜਪਜੀ ਸਾਹਿਬ ਜੀ ਦੀ ਪੌੜੀ ਨੰਬਰ 30 ਦਾ ਹੈ। ਆਓ ਇਸ ਦੀ ਵਿਚਾਰ ਸਰਵਨ ਕਰੋ ਜੀ। ਪਰਮਾਤਮਾ ਦੀ ਖੋਜ ਵਿੱਚ ਉਸੇ ਮਾਰਗ ਤੋਂ ਵਾਪਸ ਜਾਣਾ ਹੋਏਗਾ ਜਿਸ ਰਾਹ ਤੋਂ ਪਰਮਾਤਮਾ ਸੰਸਾਰ ਤੱਕ ਆਇਆ ਹੈ। ਆਉਣ ਵੇਲੇ ਪਰਮਾਤਮਾ ਵੱਲ ਪਿੱਠ ਸੀ, ਜਾਂਦੇ ਸਮੇਂ ਮੂੰਹ ਹੋਵੇਗਾ। ਇਸ ਲਈ ਬੇਮੁਖਤਾ ਸੰਸਾਰ ਵਿੱਚ ਉਤਰਨ ਦਾ ਮਾਰਗ ਹੈ ਅਤੇ ਪਰਮਾਤਮਾ ਵੱਲ ਉਨਮੁਖਤਾ ਉਸ ਤੱਕ ਪੁੱਜਣ ਦਾ ਮਾਰਗ ਹੈ। ਪੌੜੀ ਉਹੀ ਹੈ, ਸਭ ਕੁਝ ਉਹ ਹੈ, ਕੇਵਲ ਦਿਸ਼ਾ ਬਦਲ ਜਾਂਦੀ ਹੈ। ਕਿਵੇਂ ਪਰਮਾਤਮਾ ਸ੍ਰਿਸ਼ਟੀ ਹੋਇਆ, ਇਸ ਸੰਬੰਧ ਵਿੱਚ ਗੁਰੂ ਨਾਨਕ ਸਾਹਿਬ ਦਾ ਇਹ ਸੂਤਰ ਹੈ। ਧਰਮ ਜਿੱਥੇ ਕਿਸੇ ਰਚਨਹਾਰੇ ਨੂੰ ਲੱਭਦਾ ਹੈ, ਵਿਗਿਆਨ ਸ੍ਰਿਸ਼ਟੀ ਨੂੰ ਲੱਭਦਾ ਹੈ। ਵਿਗਿਆਨ ਉੱਥੋਂ ਲੱਭਦਾ ਹੈ ਜਿੱਥੇ ਮਨੁੱਖ ਹੈ, ਧਰਮ ਉੱਥੋਂ ਲੱਭਦਾ ਹੈ ਜਿੱਥੋਂ ਮਨੁੱਖ ਆਇਆ ਹੈ ਅਤੇ ਜਿੱਥੇ ਉਹ ਜਾਏਗਾ। ਵਿਗਿਆਨ ਦੀ ਉਪਲਬਧੀ ਹੈ ਕਿ ਸੰਸਾਰ ਇੱਕ ਹੀ ਤੱਤ ਨਾਲ ਬਣਿਆ ਹੈ। ਉਸ ਤੱਤ ਨੂੰ ਸਾਇੰਟਿਸਟ ਇਲੈਕਟ੍ਰਿਸਿਟੀ ਕਹਿੰਦੇ ਹਨ, ਜਿਹੜੀ ਸਾਰੇ ਜਗਤ ਦੀ ਬੁਨਿਆਦੀ ਸਿਲਾ ਹੈ। ਸਭ ਕੁਝ ਵਿਦਯੁਤ ਦੇ ਕਣਾਂ ਨਾਲ ਬਣਿਆ ਹੈ, ਅਰਥਾਤ ਇੱਕ ਤੋਂ ਬਣਿਆ ਹੈ। ਇਸ ਬਿੰਦੂ ਤੇ ਧਰਮ ਨਾਲ ਵਿਗਿਆਨ ਸਹਿਮਤ ਹੈ। ਇਹ ਗੱਲ ਵੱਖਰੀ ਹੈ ਕਿ ਧਰਮ ਜਿਸ ਨੂੰ ਪਰਮਾਤਮਾ ਕਹਿੰਦਾ ਹੈ, ਵਿਗਿਆਨ ਉਸ ਨੂੰ ਊਰਜਾ, ਸਿਰਫ ਸ਼ਬਦ ਦਾ ਭੇਦ ਹੈ। ਊਰਜਾ ਦਾ ਸੰਬੰਧ ਦਿਮਾਗ ਨਾਲ ਹੈ ਅਤੇ ਪਰਮਾਤਮਾ ਕਹਿੰਦੇ ਹੀ ਗੱਲ ਹਿਰਦੇ ਦੀ ਹੋ ਜਾਂਦੀ ਹੈ। ਵਿਗਿਆਨ ਕਹਿੰਦਾ ਹੈ ਕਿ ਇਲੈਕਟ੍ਰਿਸਿਟੀ ਤਿੰਨ ਵਿੱਚ ਟੁੱਟਦੀ ਹੈ, ਇਲੈਕਟ੍ਰੋਨ, ਨਿਊਟਰੋਨ ਅਤੇ ਪ੍ਰੋਟੋਨ। ਫਿਰ ਇਹਨਾਂ ਤਿੰਨਾਂ ਕਣਾਂ ਨਾਲ ਸਾਰਾ ਜਗਤ ਬਣਦਾ ਹੈ। ਧਰਮ ਵੀ ਕਹਿੰਦਾ ਹੈ ਕਿ ਉਹ ਇੱਕ ਤ੍ਰਿਮੂਰਤੀ ਹੋ ਜਾਂਦਾ ਹੈ। ਈਸਾਈ ਕਹਿੰਦੇ ਹਨ ਕਿ ਉਹ ਇੱਕ ਤ੍ਰਿਕਟੀ ਹੋ ਜਾਂਦਾ ਹੈ। ਹਿੰਦੂਆਂ ਨੇ ਤ੍ਰਿਮੂਰਤੀ ਬਣਾਈ, ਉਸਦੇ ਤਿੰਨ ਚਿਹਰੇ ਹਨ ਪਰ ਅੰਦਰ ਇੱਕ ਹੈ। ਹੈਰਾਨਗੀ ਵਾਲੀ ਗੱਲ ਹੈ ਕਿ ਬ੍ਰਹਮਾ, ਵਿਸ਼ਨੂੰ, ਮਹੇਸ਼ ਨੂੰ ਹਿੰਦੂਆਂ ਨੇ ਜਿਹੜੇ ਅਰਥ ਦਿੱਤੇ ਹਨ, ਉਹੀ ਅਰਥ ਇਲੈਕਟ੍ਰੋਨ, ਨਿਊਟਰੋਨ ਅਤੇ ਪ੍ਰੋਟੋਨ ਨੂੰ ਵਿਗਿਆਨਿਕਾਂ ਨੇ ਦਿੱਤੇ ਹਨ। ਕਿਉਂਕਿ ਸ੍ਰਿਸ਼ਟੀ ਦੀ ਪੂਰੀ ਪ੍ਰੋਸੈਸ ਵਾਸਤੇ ਜਨਮ ਚਾਹੀਦਾ ਹੈ, ਕੋਈ ਸਾਂਭਣ ਵਾਲਾ ਚਾਹੀਦਾ ਹੈ ਅਤੇ ਤੀਜਾ ਕੋਈ ਮਾਰਨ ਵਾਲਾ ਚਾਹੀਦਾ ਹੈ। ਗੁਰਦੇਵ ਪਾਤਸ਼ਾਹ ਇਸ ਸਬਜੈਕਟ ਦੇ ਬਾਰੇ ਇਸ ਪੌੜੀ ਵਿੱਚ ਬਹੁਤ ਸੁੰਦਰ ਵਰਣਨ ਕਰ ਰਹੇ ਹਨ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ। ਗੁਰਦੇਵ ਫਰਮਾਉਂਦੇ ਹਨ ਕਿ ਲੋਕਾਂ ਵਿੱਚ ਇਹ ਖਿਆਲ ਆਮ ਪ੍ਰਚਲਿਤ ਹੈ ਕਿ ਇਕੱਲੀ ਮਾਇਆ ਕਿਸੇ ਜੁਗਤੀ ਨਾਲ ਪ੍ਰਸੂਤ ਹੋਈ ਅਤੇ ਪ੍ਰਤੱਖ ਤੌਰ ਤੇ ਉਸਦੇ ਤਿੰਨ ਪੁੱਤਰ ਹੋਏ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਹੇ ਦੀ ਬਾਣ। ਉਸ ਵਿੱਚ ਇੱਕ ਸੰਸਾਰੀ ਬ੍ਰਹਮਾ ਹੈ, ਇੱਕ ਭੰਡਾਰੀ ਵਿਸ਼ਨੂੰ ਅਤੇ ਇੱਕ ਦੀਵਾਨ ਪ੍ਰਲੈ ਲਿਆਉਣ ਵਾਲਾ ਸ਼ਿਵ ਹੈ। ਸੰਗਤ ਜੀ, ਪ੍ਰਕਿਰਤੀ ਵਿੱਚ ਤਿੰਨ ਪ੍ਰਕਾਰ ਦੀਆਂ ਕਿਰਿਆਵਾਂ ਹੋ ਰਹੀਆਂ ਹਨ, ਜਨਮ, ਜੀਵਨ ਅਤੇ ਮੌਤ। ਤਿੰਨ ਹੀ ਗੁਣ ਹਨ, ਰਜੋ, ਤਮੋ ਅਤੇ ਸਤੋ। ਸਰੀਰ ਵੀ ਤਿੰਨਾਂ ਦਾ ਜੋੜ ਹੈ, ਮਨ, ਸਰੀਰ ਅਤੇ ਆਤਮਾ। ਟਾਈਮ ਨੂੰ ਵੀ
3 ਭਾਗਾਂ ਵਿੱਚ ਵੰਡਿਆ ਗਿਆ ਹੈ: ਵਰਤਮਾਨ, ਭੂਤ ਅਤੇ ਭਵਿੱਖ, ਪ੍ਰੈਜ਼ੈਂਟ, ਪਾਸਟ ਅਤੇ ਫਿਊਚਰ। ਸਰੀਰ ਵਿੱਚ ਚੱਲ ਰਹੀ ਚੇਤਨਾ ਦੀ ਹਾਲਤਾਂ ਵੀ 3 ਨੇ: ਜਾਗਰਤ, ਸੋਪਨ, ਸੁਖੋਪਤ। ਪਰ ਸੰਗਤ ਜੀ, ਪੂਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਇੱਕ ਹੀ ਹੈ। ਜਿਵ ਤੇ ਸੁਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ। ਗੁਰਦੇਵ ਫਰਮਾਉਂਦੇ ਹਨ, ਪਰਮਾਤਮਾ ਆਪਣੀ ਇੱਛਾ ਅਨੁਸਾਰ ਆਪਣੇ ਹੁਕਮ ਦੇ ਮੁਤਾਬਕ ਹੀ ਇਸ ਸੰਸਾਰ ਨੂੰ ਚਲਾਉਂਦਾ ਹੈ। ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੇ ਹੱਥ ਕੁਝ ਨਹੀਂ ਹੈ। ਇੱਕ ਮਿਥਿਹਾਸ ਹੈ ਕਿ ਇੱਕ ਦਿਨ ਸ਼ਿਵ ਜੀ ਪਰਮਾਤਮਾ ਨੂੰ ਕਹਿਣ ਲੱਗੇ, ਪ੍ਰਭੂ, ਮੈਂ ਆਪਣੀ ਡਿਊਟੀ ਕਰਕੇ ਥੱਕ ਚੁੱਕਾ ਹਾਂ। ਜਿਸ ਘਰ ਵਿੱਚ ਮੌਤ ਹੁੰਦੀ ਹੈ ਉਹਨਾਂ ਦਾ ਹਾਲ ਮੇਰੇ ਤੋਂ ਦੇਖਿਆ ਨਹੀਂ ਜਾਂਦਾ। ਇਸ ਕਰਕੇ ਪ੍ਰਭੂ, ਜਿਹੜਾ ਕੰਮ ਆਪਨੇ ਇੰਦਰ ਨੂੰ ਦਿੱਤਾ ਹੈ ਉਹ ਮੈਨੂੰ ਦੇ ਦਿਓ। ਪ੍ਰਭੂ ਕਹਿਣ ਲੱਗੇ, ਸ਼ਿਵ ਜੀ, ਤੁਸੀਂ ਇੰਦਰ ਦਾ ਕੰਮ ਨਹੀਂ ਕਰ ਸਕੋਗੇ। ਪਰ ਸ਼ਿਵ ਜੀ ਕਹਿੰਦੇ, ਪ੍ਰਭੂ ਮਿਹਰਬਾਨੀ ਕਰੋ, ਮੈਂ ਕਰ ਲਵਾਂਗਾ, ਪਰ ਇੱਕ ਸ਼ਰਤ ਹੈ ਕਿ ਜਦੋਂ ਮੇਰਾ ਡਮਰੂ ਵਜੇ ਤਾਂ ਹੀ ਬਾਰਿਸ਼ ਹੋਵੇ। ਪਰਮਾਤਮਾ ਨੇ ਤਥਾਸਤੂ ਕਹਿ ਦਿੱਤਾ। ਹੁਣ ਸ਼ਿਵ ਜੀ ਜਾ ਰਹੇ ਹਨ। ਦੇਖਿਆ ਕਿ ਕੁਝ ਕਿਸਾਨ ਹਲ ਵਾਹ ਰਹੇ ਹਨ। ਸ਼ਿਵ ਜੀ ਨੇ ਕਿਹਾ, ਕਿਉਂ ਹਲ ਵਾਹ ਰਹੇ ਹੋ? 13 ਸਾਲ ਤੱਕ ਬਾਰਿਸ਼ ਨਹੀਂ ਹੋਵੇਗੀ। ਪਰ ਕਿਸਾਨਾਂ ਨੇ ਨਹੀਂ ਸੁਣਿਆ। ਕੁਝ ਦਿਨਾਂ ਬਾਅਦ ਸ਼ਿਵ ਜੀ ਨੇ ਦੇਖਿਆ ਕਿ ਕਿਸਾਨ ਹਲ ਵਾਹ ਕੇ ਬੀਜ ਰਹੇ ਹਨ। ਫਿਰ ਸ਼ਿਵ ਜੀ ਨੇ ਕਿਹਾ ਕਿ 13 ਸਾਲ ਤੱਕ ਬਾਰਿਸ਼ ਨਹੀਂ ਹੋਏਗੀ, ਤੁਸੀਂ ਆਪਣੀ ਮਿਹਨਤ ਅਤੇ ਬੀਜ ਨੂੰ ਕਿਉਂ ਖਰਾਬ ਕਰ ਰਹੇ ਹੋ? ਕਿਸਾਨਾਂ ਨੇ ਉੱਤਰ ਦਿੱਤਾ, ਮਹਾਰਾਜ, ਅਸੀਂ 13 ਸਾਲ ਤੱਕ ਹਲ ਵਾਹੁਣਾ ਨਹੀਂ ਛੱਡ ਸਕਦੇ, ਕਿਉਂਕਿ ਇੰਨੇ ਸਮੇਂ ਵਿੱਚ ਅਸੀਂ ਆਪਣਾ ਕੰਮ ਹੀ ਭੁੱਲ ਜਾਵਾਂਗੇ। ਸ਼ਿਵ ਜੀ ਨੇ ਸੋਚਿਆ ਕਿ ਕਦੀ ਮੈਂ ਵੀ ਡਮਰੂ ਵਜਾਉਣਾ ਨਾ ਭੁੱਲ ਜਾਵਾਂ, ਅਤੇ ਉਹਨਾਂ ਨੇ ਡਮਰੂ ਵਜਾ ਦਿੱਤਾ। ਕਹਿੰਦੇ ਹਨ, ਜਿਸ ਨਾਲ ਜ਼ੋਰ ਦੀ ਬਾਰਿਸ਼ ਹੋਈ। ਇਹ ਦੇਖ ਕੇ ਸ਼ਿਵ ਜੀ ਕਹਿਣ ਲੱਗੇ, ਹੇ ਨਿਰੰਕਾਰ, ਮੈਂ ਕੁਝ ਨਹੀਂ ਕਰ ਸਕਦਾ, ਸਭ ਕੁਝ ਕਰਨ ਵਾਲਾ ਤੂੰ ਹੀ ਹੈ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਏ, ਆਪਣਾ ਕੀਤਾ ਕਿਛੂ ਨਾ ਹੋਵੈ, ਜਿਉ ਹਰ ਭਾਵੈ ਤਿਉ ਰਖੀਏ। ਮੇਰੇ ਹਰ ਜੀਓ, ਸਭ ਕੋ ਤੇਰਾ ਵਸ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਿਨਾਨ। ਇਹ ਵੱਡਾ ਅਚਰਜ ਕੌਤਕ ਹੈ ਕਿ ਉਹ ਪਰਮਾਤਮਾ ਸਭ ਜੀਵਾਂ ਨੂੰ ਵੇਖ ਰਿਹਾ ਹੈ, ਪਰ ਜੀਵਾਂ ਨੂੰ ਪਰਮਾਤਮਾ ਦਿਖਾਈ ਨਹੀਂ ਦੇ ਰਿਹਾ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਪ੍ਰਣਾਮ ਕਰਨਾ ਹੋਵੇ ਤਾਂ ਉਸ ਨੂੰ ਹੀ ਪ੍ਰਣਾਮ ਕਰੋ। ਉਹ ਆਦਿ ਹੈ, ਸ਼ੁੱਧ ਹੈ, ਅਨਾਦਿ ਹੈ, ਅਨਾਹਤ ਹੈ ਅਤੇ ਜੁਗ ਜੁਗ ਤੋਂ ਇੱਕ ਹੀ ਭੇਸ਼ ਵਾਲਾ ਹੈ। ਸੰਗਤ ਜੀ, ਜਿਉਂ-ਜਿਉਂ ਮਨੁੱਖ ਪ੍ਰਭੂ ਦੀ ਯਾਦ ਵਿੱਚ ਜੁੜਦਾ ਹੈ, ਉਸ ਨੂੰ ਗਿਆਤ ਹੋ ਜਾਂਦਾ ਹੈ ਕਿ ਜਗਤ ਦਾ ਪ੍ਰਬੰਧ ਬ੍ਰਹਮਾ, ਵਿਸ਼ਨੂੰ, ਮਹੇਸ਼ ਨਹੀਂ ਚਲਾ ਰਹੇ। ਇਹ ਪ੍ਰਬੰਧ ਕੇਵਲ ਇੱਕ ਪਰਮਾਤਮਾ ਹੀ ਆਪਣੀ ਰਜ਼ਾ ਵਿੱਚ ਹੁਕਮ ਅਨੁਸਾਰ ਚਲਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁਗਤ ਗਿਆਨ ਦਇਆ ਭੰਡਾਰਨ, ਕਟ ਕਟ ਵਾਜਹਿ ਨਾਦ। ਆਪ ਨਾਥ ਨਾਥੀ ਸਭ ਜਾਂ ਕੀ, ਰਿਦ ਸਿਧ ਅਵਰਾ ਸਾਧ। ਸੰਜੋਗ ਵਿਜੋਗ ਦੋਇ ਕਾਰ ਚਲਾਵਹਿ, ਲੇਖੇ ਆਵਹਿ ਭਾਗ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਗੁਰੂ ਸਵਾਰੇ, ਗੁਰੂ ਦੁਲਾਰੇ ਸਤਸੰਗੀ ਜਨੋ, ਬੜੇ ਪਿਆਰ ਅਤੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪਾਠ ਆਪ ਜੀ ਨੇ ਸਰਵਨ ਕੀਤਾ, ਇਹ ਪਾਠ ਜਪਜੀ ਸਾਹਿਬ ਜੀ ਦੀ ਪੌੜੀ ਨੰਬਰ 29 ਦਾ ਹੈ। ਆਓ ਇਸ ਦੀ ਵਿਚਾਰ ਸਰਵਨ ਕਰੋ ਜੀ। ਭਾਰਤ ਦੇਸ਼ ਵਿੱਚ ਰਿਸ਼ੀ ਮੁਨੀਆਂ, ਪੀਰਾਂ, ਫਕੀਰਾਂ, ਜੋਗੀਆਂ ਨੇ ਪਰਮਾਤਮਾ ਨੂੰ ਲੱਭਣ ਦੇ ਅਲੱਗ-ਅਲੱਗ ਮੈਥਡ ਅਪਣਾਏ। ਕਿਸੇ ਨੇ
ਮਨ ਦੀ ਸਾਧਨਾ 'ਤੇ ਜ਼ੋਰ ਦਿੱਤਾ, ਕਿਸੇ ਨੇ ਤਨ ਦੀ ਸਾਧਨਾ 'ਤੇ ਜ਼ੋਰ ਅਤੇ ਕਿਸੇ ਨੇ ਦਾਨ ਪੁੰਨ ਕਰਕੇ ਪਰਮਾਤਮਾ ਨੂੰ ਪਾਉਣ ਦਾ ਯਤਨ ਕੀਤਾ। ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਜੋਗੀ ਮਿਲਦੇ ਹਨ ਤਾਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਬਾਹਰ ਦੇ ਭੇਖ ਨੂੰ ਛੱਡ ਕੇ ਕਿਹਾ ਕਿ ਤੁਸੀਂ ਸੰਤੋਖ ਨੂੰ ਮੁੰਦਰਾ, ਮਿਹਨਤ ਨੂੰ ਖੱਪਰ ਤੇ ਝੋਲੀ, ਪ੍ਰਭੂ ਦੇ ਧਿਆਨ ਨੂੰ ਸਵਾ, ਮੌਤ ਦੇ ਭੌ ਨੂੰ ਗੋਦੜੀ, ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਜੋਗ ਦੀ ਰਹਿਤ ਅਤੇ ਸ਼ਰਧਾ ਨੂੰ ਡੰਡਾ ਬਣਾਓ, ਤਾਂ ਪ੍ਰਭੂ ਦੀ ਪ੍ਰਸੰਨਤਾ ਹਾਸਲ ਹੋ ਸਕਦੀ ਹੈ। ਗੁਰਦੇਵ ਨੇ ਮਨ ਦੀ ਸਾਧਨਾ ਨੂੰ ਹੀ ਪ੍ਰਭੂ ਪ੍ਰਾਪਤੀ ਦਾ ਸਾਧਨ ਦੱਸਿਆ। ਇਸ ਪੌੜੀ ਵਿੱਚ ਗੁਰਦੇਵ ਪਾਤਸ਼ਾਹ ਆਂਤਰਿਕ ਗਿਆਨ ਬਾਰੇ ਬਹੁਤ ਸੁੰਦਰ ਚਿਤਰਣ ਕਰਦੇ ਹਨ। ਭੁਗਤ ਗਿਆਨ, ਦਇਆ ਭੰਡਾਰਨ, ਘਟ ਘਟ ਆਵਾਜ਼ਾਂ ਨਾਦ। हे ਜੋਗੀ, ਗਿਆਨ ਨੂੰ ਭੋਗ ਬਣਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਦਇਆ ਨੂੰ ਭੰਡਾਰੀ, ਘਟ ਘਟ ਵਿੱਚ ਜੋ ਨਾਦ ਵੱਜ ਰਿਹਾ ਹੈ ਉਸ ਨੂੰ ਨਾਦੀ ਬਣਾ ਜੋਗੀ। ਸੰਗਤ ਜੀ, ਜਦੋਂ ਜੋਗੀ ਚੂਰਮਾ ਤਿਆਰ ਕਰਦੇ ਹਨ ਅਤੇ ਭੰਡਾਰੀ ਉਸ ਨੂੰ ਵਰਤਾਂਦਾ ਹੈ, ਉਸ ਵੇਲੇ ਭੰਡਾਰਾ ਖਾਣ ਵਾਲੇ ਜੋਗੀ ਇੱਕ ਨਾਦੀ ਵਜਾਉਂਦੇ ਹਨ ਜੋ ਉਹਨਾਂ ਦੇ ਆਪਣੇ ਗਲ ਵਿੱਚ ਹੁੰਦੀ ਹੈ। ਸਾਹਿਬ ਕਹਿੰਦੇ ਹਨ, ਗਿਆਨ ਅਤੇ ਦਇਆ, ਪ੍ਰਗਿਆ ਅਤੇ ਕਰੁਣਾ ਦੋ ਖੰਡ ਹਨ। ਜਿਸ ਨੇ ਦੋਵੇਂ ਸਾਧ ਲਏ ਉਸ ਨੂੰ ਪਰਮਾਤਮਾ ਦੀ ਨੇੜਤਾ ਮਹਿਸੂਸ ਹੁੰਦੀ ਹੈ। ਜੇਕਰ ਅੰਦਰ ਗਿਆਨ ਹੋਵੇ ਅਤੇ ਬਾਹਰ ਦਇਆ ਨਾ ਹੋਵੇ ਤਾਂ ਵੀ ਮਨੁੱਖ ਅਧੂਰਾ ਰਹਿ ਜਾਏਗਾ। ਦੋਹਾਂ ਦਾ ਅੰਦਰ ਬਾਹਰ ਹੋਣਾ ਲਾਜ਼ਮੀ ਹੈ। ਇੱਕ ਪੈਰ ਦੇ ਨਾਲ ਕਦੀ ਕੋਈ ਟੁਰ ਨਹੀਂ ਸਕਦਾ। ਗਿਆਨ ਦਾ ਅਰਥ ਹੈ ਆਪਣੇ ਆਪ ਨੂੰ ਜਾਣਨਾ ਅਤੇ ਦਇਆ ਦਾ ਅਰਥ ਹੈ ਦੂਜਿਆਂ ਨੂੰ ਪਛਾਣਨਾ। ਆਪਣੇ ਆਪ ਨੂੰ ਜਾਣਨ ਨਾਲ ਇਹ ਗਿਆਤ ਹੋ ਜਾਂਦਾ ਹੈ ਕਿ ਮੈਂ ਹੀ ਸਭ ਦੇ ਅੰਦਰ ਹਾਂ। ਉਹ ਮਨੁੱਖ ਦੂਜੇ ਦਾ ਬੁਰਾ ਨਹੀਂ ਕਰਦਾ। ਗੁਰਦੇਵ ਫਰਮਾਉਂਦੇ ਹਨ, ਦਇਆ ਨੂੰ ਲੰਗਰ ਬਣਾਓ। ਮਨੁੱਖ ਦੇ ਜੀਵਨ ਵਿੱਚ ਪ੍ਰਤੀਫਲ ਦਇਆ ਹੋਵੇ, ਉਹ ਦੂਜੇ ਉੱਤੇ ਧਿਆਨ ਦੇਵੇ, ਦੂਜੇ ਦਾ ਹਿੱਤ ਹੋਵੇ, ਕਲਿਆਣ ਹੋਵੇ, ਮਨੁੱਖ ਖੁਦ ਮੋਕਸ਼ ਪ੍ਰਾਪਤ ਕਰੇ ਅਤੇ ਦੂਜਿਆਂ ਨੂੰ ਵੀ ਕਰਾਵੇ। ਇਸੇ ਕਰਕੇ ਗੁਰਬਾਣੀ ਦਾ ਖਿਆਲ ਹੈ, ਆਪ ਜਪੋ ਅਵਰਹਿ ਨਾਮ ਜਪਾਵੋ। ਜੇਕਰ ਦਇਆ ਦਾ ਉਦੇਸ਼ ਕੇਵਲ ਆਪਣਾ ਮੋਕਸ਼ ਹੈ ਤਾਂ ਐਸੀ ਦਇਆ ਦਾ ਪ੍ਰਤੀਫਲ ਉਤਨਾ ਨਹੀਂ ਮਿਲਦਾ। ਬਹੁਤ ਪੁਰਾਣੀ ਚੀਨੀ ਕਥਾ ਹੈ। ਇੱਕ ਪਿੰਡ ਵਿੱਚ ਮੇਲਾ ਲੱਗਾ ਹੋਇਆ ਸੀ, ਜਿਸ ਵਿੱਚ ਇੱਕ ਨਿੱਕਾ ਖੂਹ ਸੀ, ਜਿਸ ਵਿੱਚ ਭੁੱਲ ਭੁਲੇਖੇ ਇੱਕ ਆਦਮੀ ਡਿੱਗ ਪਿਆ। ਉਹ ਰੌਲਾ ਪਾਉਣ ਲੱਗਾ, ਮੈਨੂੰ ਬਚਾਓ। ਲੋਕ ਆਪਣੇ ਕੰਮ ਧੰਦੇ ਵਿੱਚ ਲੱਗੇ ਸੀ, ਰੌਲਾ ਰੱਪਾ ਸੀ। ਪਰ ਇੱਕ ਕਨਫਿਊਸ਼ੀਅਸ ਨੂੰ ਮੰਨਣ ਵਾਲਾ ਸੰਨਿਆਸੀ ਖੂਹ ਦੇ ਕੋਲ ਆ ਕੇ ਬੈਠਾ, ਪਰ ਉਸਨੇ ਉਸ ਮਨੁੱਖ ਨੂੰ ਬਾਹਰ ਨਹੀਂ ਕੱਢਿਆ। ਉਸਨੇ ਕਿਹਾ, ਤੂੰ ਫਿਕਰ ਨਾ ਕਰ, ਇਹ ਗੱਲ ਕਾਨੂੰਨ ਦੇ ਖਿਲਾਫ ਹੈ। ਮੈਂ ਹੁਣ ਸਾਰੇ ਖੂਹਾਂ ਉੱਤੇ ਮੁੰਡੇਰਾ ਬਣਵਾ ਦਿਆਂਗਾ। ਇਸ ਕਨਫਿਊਸ਼ੀਅਸ ਨੂੰ ਦੂਜੇ ਦੀ ਮਰਨ ਦੀ ਕਤਈ ਚਿੰਤਾ ਨਹੀਂ ਹੈ। ਉਸ ਤੋਂ ਪਿੱਛੇ ਇੱਕ ਬੌਧ ਭਿਕਸ਼ੂ ਆਇਆ। ਉਸਨੇ ਕਿਹਾ, ਉਸਨੇ ਝੁਕ ਕੇ ਦੇਖਿਆ